ਸਾਰੇ ਪਰਮੇਸ਼ਵਰ ਦੇ ਆਦਰਯੋਗ ਸੰਤਾਂ ਸੇਵਕਾਂ ਨੂੰ, ਦਾਸੀਆਂ ਨੂੰ ਔਰ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਜੈ ਮਸੀਹ ਦੀ। ਤੇ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਨੇ ਆ ਕਿ ਅੱਜ ਅਸੀਂ ਫਿਰ ਪਰਮੇਸ਼ਵਰ ਦੇ ਭਵਨ ਦੇ ਵਿੱਚ ਆ। ਤੇ ਇਹ ਪਰਮੇਸ਼ਵਰ ਦਾ ਹੀ ਧੰਨਵਾਦ ਹੈ, ਕਿਉਂਕਿ ਅਸੀਂ ਪਰਮੇਸ਼ਵਰ ਤੋਂ ਬਿਨਾਂ ਕੁਝ ਨਹੀਂ ਕਰ ਸਕਦੇ। ਤੇ ਅੱਜ ਅਸੀਂ ਜੋ ਵੀ ਪਰਮੇਸ਼ਵਰ ਦਾ ਵਚਨ ਤੁਹਾਨੂੰ ਸੁਣਾਵਾਂਗੇ ਉਹ ਵੀ ਕੁਝ ਐਵੇਂ ਹੀ ਹੈ ਕਿ ਜੇ ਅਸੀਂ ਪਰਮੇਸ਼ਵਰ ਦੇ ਵਚਨਾਂ ਤੇ ਚੱਲੀਏ ਤੇ ਅਸੀਂ ਕੀ ਕਰ ਸਕਦੇ ਹਾਂ। ਤੇ ਅੱਜ ਆਪਾਂ ਕੱਢਨੇ ਆ ਨਵਾਂ ਨਿਯਮ ਲੂਕਾ ਦਾ 6ਵਾਂ ਅਧਿਆਏ ਔਰ ਉਹਦੀ 46 ਤੋਂ 49 ਆਇਤ ਤੱਕ ਆਪਾਂ ਪੜ੍ਹਨੇ आ और देखने आ कि वचन सानू की समझाना चाहता है। हालेलुया। जब तुम मेरा कहना नहीं मानते तो क्यों मुझे हे प्रभु कहते हो। जो कोई मेरे पास आता है और मेरी बातें सुनकर उन्हें मानता है, मैं तुम्हें बताता हूँ कि वह किसके समान है। वह उस मनुष्य के समान है जिसने घर बनाते समय भूमि गहरी खोद कर चट्टान पर नींव डाली, और जब बाढ़ आई तो धारा उस घर पर लगी, परंतु उसे हिला न सकी, क्योंकि वह पक्का बना था। परंतु जो सुनकर नहीं मानता वह उस मनुष्य के समान है जिसने मिट्टी पर बिना नींव का घर बनाया। जब उस पर धारा लगी तो वह तुरंत गिर पड़ा और गिरकर उसका सत्यानाश हो गया। हालेलुया। देखो परमेश्वर ਆਪਾਂ ਨੂੰ ਇਹ ਸਮਝਾਉਂਦਾ ਹੈ ਕਿ ਜਦੋਂ ਆਪਾਂ ਪਰਮੇਸ਼ਵਰ ਦੇ ਉੱਤੇ ਭਰੋਸਾ ਕਰਨੇ ਆ ਔਰ ਪਰਮੇਸ਼ਵਰ ਦਾ ਨਾਮ ਲੈਨੇ ਆ, ਹਰ ਪਲ ਆਪਾਂ ਕੋਈ ਵੀ ਕੰਮ ਕਰੀਏ, ਹਰ ਟਾਈਮ ਆਪਾਂ हे प्रभु ਕਰਦੇ ਰਹਿੰਦੇ ਆ, ਚਾਹੇ ਦੁੱਖ ਹੋਵੇ ਚਾਹੇ ਸੁੱਖ ਹੋਵੇ, ਆਪਾਂ हे प्रभु ਤੇ ਕਰਦੇ ਰਹਿੰਦੇ ਆ। प्रभु भी ਇੱਥੇ ਹੀ ਕਹਿ ਰਿਹਾ ਹੈ कि जब तुम मेरा कहना नहीं मानते तो क्यों मुझे हे प्रभु कहते हो। ਵੀ ਜਦੋਂ ਤੁਸੀਂ ਮੇਰਾ ਕਹਿਣਾ ਹੀ ਨਹੀਂ ਮੰਨਣਾ ਤੇ ਫਿਰ ਮੈਨੂੰ हे प्रभु क्यों कहते हो। लिखा जो कोई मेरे पास आता है और मेरी बातें सुनकर उन्हें मानता है। भी जे ते तुसी मेरियां गल्लां मनदे हो ते फिर की होएगा। मैं तुम्हें बताता हूं कि वह किसके समान है। वह उस मनुष्य के समान है जिसने घर बनाते समय भूमि गहरी खोद कर चट्टान पर नींव डाली, और जब बाढ़ आई तो धारा उस घर पर लगी, परंतु उसे हिला ना सकी, क्योंकि वह पक्का बना था। ਇਹਦਾ ਆਤਮਿਕ ਅਰਥ ਕੀ ਹੈ। ਇਹਦੇ ਵਿੱਚ ਪਰਮੇਸ਼ਵਰ ਸਾਨੂੰ ਇਹ ਸਮਝਾਉਣਾ ਚਾਹੁੰਦਾ ਹੈ ਕਿ ਜੇ ਤੁਸੀਂ ਇਕੱਲਾ ਪ੍ਰਭੂ ਤੇ ਕਰਦੇ ਹੋ, ਪਰ ਜੇ ਤੁਸੀਂ ਮੇਰਾ ਕਹਿਣਾ ਨਹੀਂ ਮੰਨਦੇ ਤੇ ਫਿਰ ਤੁਹਾਡਾ ਘਰ ਦਾ ਮਤਲਬ ਪੱਕਾ ਨਹੀਂ ਹੈਗਾ। ਫਿਰ ਤੁਸੀਂ ਰੇਤ ਦੇ ਉੱਤੇ ਘਰ ਬਣਾਇਆ ਹੋਇਆ ਹੈ ਕਿ ਜਦੋਂ ਹਨੇਰੀ ਆਏਗੀ, ਹਨੇਰੀ ਕਾਹਦੀ ਆਏਗੀ, ਦੁੱਖ ਤਕਲੀਫ ਦੀ ਹਨੇਰੀ, ਤੇ ਬਾੜ ਕਾਹਦੀ ਆਏਗੀ, ਟੈਨਸ਼ਨਾਂ ਦੀ ਬਾੜ। ਠੀਕ ਹੈ। ਤੇ ਫਿਰ ਕੀ ਹੋਏਗਾ, ਉਹ ਰੇਤ ਦੇ ਉੱਤੇ ਬਣਿਆ ਹੋਇਆ ਘਰ, ਮਿੱਟੀ ਦੇ ਉੱਤੇ ਬਣਿਆ ਹੋਇਆ ਘਰ ਉਹ ਬਹਿ ਜਾਏਗਾ। ਜਿਵੇਂ ਨਦੀ ਦੇ ਵਿੱਚ ਉਹ ਘਰ ਬਹਿੰਦਾ, ਐਵੇਂ ਹੀ ਜੇ ਅਸੀਂ ਪਰਮੇਸ਼ਵਰ ਦਾ ਕਹਿਣਾ ਮੰਨਾਂਗੇ ਤੇ ਪਰਮੇਸ਼ਵਰ ਦੇ ਵਚਨਾਂ ਦੇ ਉੱਤੇ ਚੱਲਾਂਗੇ। ਪਰਮੇਸ਼ਵਰ ਦਾ ਵਚਨ ਕੀ ਹੈ, ਇਹ ਸਵਯੰ ਪਰਮੇਸ਼ਵਰ ਹੀ ਹੈ, ਇਹ ਪ੍ਰਭੂ ਯਿਸੂ ਮਸੀਹ ਹੀ ਹੈ। ਇਹ ਕੱਲਾ ਵਚਨ ਲਿਖਿਆ ਹੋਇਆ ਇਹ ਨਹੀਂ ਹੈ ਕਿ ਵਚਨ ਪੂਰਾ ਨਹੀਂ ਹੁੰਦਾ, ਇਹ ਸਾਰੇ ਵਚਨ ਪੂਰੇ ਹੁੰਦੇ ਨੇ। ਜੇ ਪਰਮੇਸ਼ਵਰ ਨੇ ਵਚਨ ਲਿਖ ਦਿੱਤਾ ਹੈ ਤੇ ਪੂਰਾ ਵੀ ਹੋਏਗਾ, ਪੂਰਾ ਜ਼ਰੂਰ ਹੋਏਗਾ। ਇਸ ਕਰਕੇ ਸਾਨੂੰ ਕੀ ਕਰਨਾ ਚਾਹੀਦਾ ਹੈ, ਸਾਨੂੰ ਪਰਮੇਸ਼ਵਰ ਦਾ ਕਹਿਣਾ ਮੰਨਣਾ ਚਾਹੀਦਾ। ਕੱਲਾ हे प्रभु ਨਹੀਂ ਕਹਿਣਾ ਚਾਹੀਦਾ, ਸਾਨੂੰ हे प्रभु ਤੇ ਕਰਦੇ ਰਹਿਣਾ ਚਾਹੀਦਾ। ਪਰ ਉਹਦੇ ਵਿੱਚ ਸਾਨੂੰ ਪਰਮੇਸ਼ਵਰ ਦਾ ਨਾਲ ਕਹਿਣਾ ਵੀ ਮੰਨਣਾ ਪਏਗਾ। ਅਗਰ ਨਹੀਂ ਕਹਿਣਾ ਮੰਨਾਂਗੇ ਤੇ ਕੀ ਹੋਏਗਾ। लिखे परंतु जो सुनकर नहीं मानता वह उस मनुष्य के समान है जिसने मिट्टी पर नींव का घर बनाया। जब उस पर धारा लगी तो वह तुरंत गिर पड़ा और गिर कर उसका सत्यानाश हो गया। ਇਹਦਾ ਮਤਲਬ ਕੀ ਹੈ। ਇਹਦਾ ਮਤਲਬ ਇਹ ਹੈ ਵੀ ਜਿਵੇਂ ਹੁਣ ਅਸੀਂ ਪ੍ਰਭੂ ਦੇ ਵਿੱਚ ਆ ਜਾਂਦੇ ਆ, ਜਦੋਂ ਅਸੀਂ ਨਵਾਂ ਜੀਵਨ ਤਾਂ ਪਾ ਲੈਂਦੇ ਆ, ਬਪਤਿਸਮਾ ਵੀ ਲੈ ਲੈਂਦੇ ਆ, ਪਵਿੱਤਰ ਬਾਈਬਲ ਨੂੰ ਵੀ ਪੜ੍ਹਨੇ ਆ, ਪਰ ਇੱਕਦਮ ਕਈ ਵਾਰੀ ਦੁੱਖ ਤਕਲੀਫ ਇੰਨਾ ਵੱਡਾ ਆ ਜਾਂਦਾ ਹੈ ਕਿ ਸਾਨੂੰ ਉਹ ਟੈਟੇਰੀ ਕਰ ਦਿੰਦਾ ਇੱਕਦਮ। ਅਸੀਂ ਕੀ ਕਰਨੇ ਆ, ਅਸੀਂ ਪ੍ਰਭੂ ਦੇ ਵਚਨਾਂ ਨੂੰ ਛੱਡ ਕੇ
ਅਸੀਂ ਇੱਧਰ ਉੱਧਰ ਧੱਕੇ ਖਾਣ ਲੱਗ ਜਾਂਦੇ ਹਾਂ। ਇਹਦਾ ਮਤਲਬ ਇਹੀ ਹੈ ਕਿ ਅਸੀਂ ਆਪਣੇ ਵਿਸ਼ਵਾਸ ਚੋਂ ਗਿਰ ਜਾਂਦੇ ਹਾਂ। ਵਿਸ਼ਵਾਸ ਦਾ ਆਤਮਾ ਸਾਡੇ ਅੰਦਰੋਂ ਨਿਕਲ ਜਾਂਦਾ ਹੈ। ਜਦੋਂ ਵੀ ਸਾਨੂੰ ਮਾੜਾ ਜਿਹਾ ਕੋਈ ਦੁੱਖ ਤਕਲੀਫ ਆਇਆ ਤੇ ਅਸੀਂ ਇੱਧਰ ਉੱਧਰ ਦੇਖਣ ਲੱਗ ਜਾਂਦੇ ਹਾਂ। ਅਸੀਂ ਮਨੁੱਸ਼ਿਆਂ ਵੱਲ ਦੇਖਣ ਲੱਗ ਜਾਂਦੇ ਹਾਂ, ਜਾਂ ਅਸੀਂ ਹੋਰਾਂ ਪਾਸੇ ਵੇਖਣ ਲੱਗ ਜਾਂਦੇ ਹਾਂ। ਅਸੀਂ ਸਿਰਫ ਪ੍ਰਭੂ ਦੇ ਵੱਲ ਸਾਡਾ ਫੋਕਸ ਨਹੀਂ ਰਹਿੰਦਾ ਹੈਗਾ। ਸਾਡਾ ਧਿਆਨ ਬਿਲਕੁਲ ਪ੍ਰਭੂ ਦੇ ਵੱਲ ਹੀ ਰਹਿਣਾ ਚਾਹੀਦਾ ਹੈ। ਫਿਰ ਸਾਡਾ ਦੁੱਖ ਤਕਲੀਫਾਂ ਟੈਨਸ਼ਨਾਂ ਕੁਝ ਨਹੀਂ ਵਿਗਾੜ ਸਕਦੀਆਂ ਜੇ ਅਸੀਂ ਪਰਮੇਸ਼ਵਰ ਦੇ ਵਿੱਚ ਹਮੇਸ਼ਾ ਬਣੇ ਰਵਾਂਗੇ। ਔਰ फिर पहले वाला वचन साडे जीवन च पूरा होएगा। लिखे ना, जब तुम मेरा कहना नहीं मानते तो क्यों मुझे हे प्रभु कहते हो। देखो, जे असी ਉਹਦਾ ਕਹਿਣਾ ਹੀ ਨਹੀਂ ਮੰਨਦੇ ਤੇ ਫਿਰ ਸਾਨੂੰ ਪ੍ਰਭੂ ਪ੍ਰਭੂ ਵੀ ਨਹੀਂ ਕਹਿਣਾ ਚਾਹੀਦਾ। ਪਰ ਜੇ ਅਸੀਂ ਪ੍ਰਭੂ ਪ੍ਰਭੂ ਕਹਿੰਦੇ ਆ ਤੇ ਸਾਨੂੰ ਉਹਦਾ ਕਹਿਣਾ ਮੰਨਣਾ ਚਾਹੀਦਾ ਹੈ। ਤੇ ਕੀ ਕਰਨਾ ਚਾਹੀਦਾ है? फिर की लिखा है, जो कोई मेरे पास आता है और मेरी बातें सुनकर उन्हें मानता है। देखो, ਜਦੋਂ ਅਸੀਂ ਪਰਮੇਸ਼ਵਰ ਦੇ ਕੋਲ ਆਉਂਦੇ ਆ, ਪ੍ਰਭੂ ਯਿਸੂ ਮਸੀਹ ਦੇ ਕੋਲ ਆਉਂਦੇ ਆ, ਤੇ ਫਿਰ ਜੇ ਅਸੀਂ ਉਹਦੀਆਂ ਗੱਲਾਂ ਨੂੰ ਮੰਨਣੇ ਆ, ਗੱਲਾਂ ਕਿਹੜੀਆਂ ਨੇ? ਪਵਿੱਤਰ ਬਾਈਬਲ ਜਿਹੜੀਆਂ ਨੇ ਇਹੀ ਉਹਦੀਆਂ ਗੱਲਾਂ ਨੇ। ਜੋ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਹੈ ਉਹ ਸਾਨੂੰ ਕਹਿਣਾ ਮੰਨਣਾ ਚਾਹੀਦਾ ਔਰ ਸਾਨੂੰ ਰੋਜ਼ ਦਾ ਜੀਣਾ ਸਿਖਾਉਂਦਾ ਹੈ ਪਰਮੇਸ਼ਵਰ ਇਹਨਾਂ ਵਚਨਾਂ ਦੇ ਥਰੂ। ਕਹਿੰਦਾ कि मैं सुनकर उन्हें मानता है, मैं तुम्हें बताता हूं कि वह किसके समान है। वह उस मनुष्य के समान है जिसने घर बनाते समय भूमि गहरी खोदकर चट्टान पर नींव डाली। चट्टान कौन है? प्रभु यीशु मसीह। जे प्रभु यीशु मसीह दे हमेशा, जे प्रभु यीशु मसीह दे विच असीं हमेशा बने रवांगे ते सच्ची मुच्ची फिर सानू कोई हिला नहीं सकदा। फिर जिन्ने मर्जी दुख आउण, मुसीबतां आउण, टैंशनां आउण, तकलीफां आउण, सानू फिर प्रभु यीशु मसीह तो कोई इधर उधर नहीं कर सकता ते ना ही असीं कदी इधर उधर होवांगे। फिर लख सानू कोई भैन भरा कहे इधर चले जाओ उधर चले जाओ, नहीं जावांगे असीं, क्योंकि हुण साडा जिहड़ा घर है वो चट्टान ते बन चुका है। और चट्टान कौन है? प्रभु यीशु मसीह। ते असीं सानू सिर्फ इन्हां वचनां दे उत्ते भरोसा करना चाहिए, इन्हां वचनां दे उत्ते सानू चलना चाहिए। ते की लिखिआ है? वह उस मनुष्य के समान है जिसने घर बनाते समय भूमि गहरी खोदकर चट्टान पर नींव डाली और जब बाढ़ आई तो धारा उस पर लगी परंतु उसे हिला ना सकी क्योंकि वह पक्का बना था। प्रभु इत्थे बिल्कुल नहीं कह रहा कि जेड़ा मैनू मन्नेगा, जेड़ा परमेश्वर दे उत्ते विश्वास करेगा, जेड़ा प्रभु यीशु मसीह दे वल ध्यान करेगा, ओनू दुख तकलीफां टेंशनां नहीं आउणगीਆਂ। ਇਹ प्रभु बिल्कुल नहीं कह रहा। जे तुसी ਇਹ ਮੰਨ ਕੇ ਆਉਣਾ ना कि ਅਸੀਂ प्रभु यीशु मसीह ਕੋਲ ਜਾਂਦੇ ਆ ਤੇ ਫਿਰ ਸਾਨੂੰ ਦੁੱਖ ਤਕਲੀਫਾਂ ਟੈਨਸ਼ਨਾਂ ਨਹੀਂ ਆਉਣਗੀਆਂ ਤੇ ਫਿਰ ਤੁਹਾਨੂੰ ਆਉਣ ਦੀ ਲੋੜ ਨਹੀਂ ਹੈ, ਕਿਉਂਕਿ प्रभु ਇਹ ਬਿਲकुल नहीं ਕਹਿੰਦਾ। प्रभु ये कहता दुख तकलीफां टैंशनां ते आउणगीਆਂ, पर अगर तुसी मेरे विच खड़े रहोगे ते फिर जिन्नियां मर्जी दुख तकलीफां टैंशनां आउण, दुख तकलीफां तुहाडा वाल भी विंगा नहीं कर सकदियां। आमीन, हालेलुया। ते ਇਹਦਾ मतलब यही है कि साडा उद्धारकर्ता प्रभु यीशु मसीह है। प्रभु यीशु मसीह सानू उद्धार देण आया है, मुक्ति देण आया है। ਜਿਹੜੀ ਸਾਡੀ मौत होनी सी वो हुण साडी मौत नहीं होनी, क्योंकि उन्हें मौत दे उत्ते जय पाई है ते असीं प्रभु यीशु मसीह दे विच सिर्फ उद्धार पाउण वास्ते होना है। जे तुसीं पुछो ना कि पवित्र बाइबल दे विच कौन उद्धार करता है, ते प्रभु यीशु मसीह उद्धार करता है। साडा मुक्तिदाता वो है। ते जे असीं दुख तकलीफां टैंशनां तो डर के असीं ये सोचीए कि असीं पवित्र बाइबल नूं पढ़ीए ते असीं प्रभु यीशु मसीह नूं अपना परमेश्वर मन्नीए, प्रभु मन्नीए, सिर्फ दुख तकलीफां टैंशनां तो डर के, ते फिर नहीं गल बननी। जे असीं ये सोचिए ना कि साडा उद्धार करता, साडा उद्धार कौन करेगा? वो है प्रभु यीशु मसीह। हाँ, फिर असीं दुख तकलीफां टैंशनां आउणगीਆਂ ना ते असीं दुख तकलीफां टैंशनां दे विच मर नहीं जावांगे जे प्रभु यीशु मसीह नूं असीं उद्धार करता मान लांगे। फिर साडे ते कोई भी दुख हैवी नहीं होएगा, सानू कोई भी दुख मौत नहीं दे सकता।
ਹਾਲੇਲੂਇਆ। ਤੇ ਇਹਦਾ ਮਤਲਬ ਇਹ ਹੈ ਕਿ ਅਸੀਂ ਪੂਰੀ ਤਰ੍ਹਾਂ ਪ੍ਰਭੂ ਯਿਸੂ ਮਸੀਹ ਦੇ ਉੱਤੇ ਪੂਰਾ ਧਿਆਨ ਕਰਨਾ ਹੈ 100%। ਫਿਰ ਜਿੰਨੀਆਂ ਮਰਜ਼ੀ ਦੁੱਖ ਤਕਲੀਫਾਂ ਟੈਨਸ਼ਨ ਆਉਣ, ਅਸੀਂ ਇੱਧਰ ਜਾਂ ਉੱਧਰ ਨਹੀਂ ਦੇਖਣਾ। ਸਾਡਾ ਫੋਕਸ ਸਿਰਫ ਪ੍ਰਭੂ ਯਿਸੂ ਮਸੀਹ ਹੋਣਾ ਚਾਹੀਦਾ ਹੈ। ਹਾਲੇਲੂਇਆ। ਤੇ ਆਪਾਂ ਅੱਗੋਂ ਪੜ੍ਹਨੇ ਆ। ਹੁਣ ਪ੍ਰਭੂ ਯਿਸੂ ਮਸੀਹ ਨੇ ਵਿੱਚ ਇਹ ਕਿਹਾ ਕਿ जो कोई मेरे पास आता है और मेरी बातें सुनकर उन्हें मानता है, मैं तुम्हें बताता हूं कि वह किसके समान है। ਹੁਣ ਉਸੇ ਉਹਦੀਆਂ ਗੱਲਾਂ ਕਿਹੜੀਆਂ ਮੰਨਣੀਆਂ ਨੇ, ਇਹ ਆਪਾਂ ਪੜ੍ਹਨੇ ਆ ਪੁਰਾਣੀ ਪੁਸਤਕ ਪੁਰਾਣਾ ਨਿਯਮ ਮੀਕਾ ਦਾ 6 ਦਾ 8 ਆਪਾਂ ਪੜ੍ਹਨੇ ਆ। ਉਹਦੇ ਵਿੱਚ ਦੇਖੋ ਪਰਮੇਸ਼ਵਰ ਕੀ ਕਹਿੰਦਾ ਹੈ ਕਿ ਆਪਾਂ ਕਰਨਾ ਕੀ ਹੈ। ਸਿੰਪਲ ਜੀ ਗੱਲ ਹੈ ਜੋ ਕਰਨਾ ਆਪਾਂ। हे मनुष्य, वह तुझे बता चुका है कि अच्छा क्या है, और यहोवा तुझसे इसे छोड़ और क्या चाहता है कि तू न्याय से काम करे और कृपा से प्रीति रखे और अपने परमेश्वर के साथ नम्रता से चले। हालेलुया। बस यही चाहता है परमेश्वर जो ऊपर लिखा है वो बिल्कुल नहीं चाहता हैगा। ऊपर भी लिखा है कि परमेश्वर क्या चाहता है। आप एक 6 तो भी पढ़ लेने, 6 और 7 भी पढ़ लेने कि परमेश्वर की चाहता है साडे तो। मैं क्या लेकर यहोवा के सम्मुख आऊं और ऊपर रहने वाले परमेश्वर के सामने झुकूं? क्या मैं होम बलि के लिए 1-1 वर्ष के बछड़े लेकर उसके सम्मुख आऊं? क्या यहोवा हजारों मेढ़ों से या तेल की लाखों नदियों से प्रसन्न होगा? क्या मैं अपने अपराध के प्रायश्चित में अपने पहलौठे को या अपने पाप के बदले में अपने जन्माए हुए किसी को दूं? नहीं चाहता परमेश्वर ਇਹ ਚੀਜ਼ਾਂ ਬਿਲਕੁਲ ਨਹੀਂ ਚਾਹੁੰਦਾ परमेश्वर ਇਹ ਨਹੀਂ ਕਹਿੰਦਾ ਕਿ ਤੁਸੀਂ ਮੇਰੇ ਸਾਹਮਣੇ ਮੇਢੇ ਚੜਾਓ ਜਾਂ ਮੁਰਗੇ ਚੜਾਓ ਜਾਂ ਬੱਕਰੇ ਚੜਾਓ ਜਾਂ ਪਹਿਲੋਠੇ ਨੂੰ ਚੜਾਓ, ਵੀ ਉਹਨਾਂ ਨੂੰ ਤੁਸੀਂ ਬਲੀ ਕਰੋ। ਇਹ परमेश्वर ਬਿਲਕੁਲ ਨਹੀਂ ਚਾਹੁੰਦਾ। परमेश्वर ਇੱਕੋ ਗੱਲ ਚਾਹੁੰਦਾ ਹੈ ਜੋ ਇੱਥੇ ਲਿਖਿਆ ਹੋਇਆ ਹੈ 8 ਦੇ ਵਿੱਚ, हे मनुष्य, वह तुझे बता चुका है कि अच्छा क्या है। परमेश्वर दियां नजरां दे विच की चंगा है, और यहोवा तुझसे इसे छोड़ और क्या चाहता है। भी इस तो छड़ के होर परमेश्वर तेरे तो कुछ नहीं चाहता, और यहोवा तुझसे इसे छोड़ क्या चाहता है कि तू न्याय से काम करे। सानू न्याय करना चाहिए, न्याय दे नाल काम करना चाहिए। भी न्याय दा मतलब की है? वैसे तो न्याय परमेश्वर है, देखो भी सानू किसी का न्याय नहीं करना चाहिए, पर इत्थे न्याय का मतलब कुछ होर है भी सानू किसी दे नाल अन्याय नहीं करना चाहिए, भी किसी नू तंग नहीं करना चाहिए, परेशान नहीं करना चाहिए। भी जे असी कोई मजदूर रखा या नौकर रखा, सानू ओदी मजदूरी बड़े टाइम दे नाल देनी चाहिए और बड़ी ईमानदारी दे नाल देनी चाहिए, ते सानू किसी दे उत्ते अन्याय नहीं करना चाहिए। और अगे की लिखा, और कृपा से प्रीति रखे। जे आपां कृपा करांगे अपने छोटियां उत्ते, अपने सामने वाले उत्ते, ते परमेश्वर भी साडे उत्ते कृपा करेगा। और अगे की लिखा, और अपने परमेश्वर के साथ नम्रता से चले। बस परमेश्वर दे नाल नम्रता दे नाल चलना है। जे दुख तकलीफ आउंदा भी है ना, ते परमेश्वर दा धन्नवाद ही करना है कि हाँ प्रभु, तू मैनू बड़े वड्डे घाटे तो बचाया है। भी ਇਹ ਜਿਹੜਾ ਮੈਨੂੰ ਦੁੱਖ ਆਇਆ ਤੇ ਸੱਚੀ ਮੁੱਚੀ ਪਤਾ ਨਹੀਂ ਕੀ ਬੰਨਾ ਸੀ। ਜਿਵੇਂ ਹੁਣ ਮੈਂ ਪਿਛਲੇ ਦਿਨੀ ਜਦੋਂ ਮੈਂ ਗਿਰੀ ਸਾਂ ਤੇ ਮੇਰੀ ਬਾਂਹ ਦੀ ਹੱਡੀ ਕ੍ਰੈਕ ਹੋ ਗਈ ਸੀ, ਤੇ ਮੈਂ ਪਰਮੇਸ਼ਵਰ ਦਾ ਹਮੇਸ਼ਾ ਧੰਨਵਾਦ ਹੀ ਕਰਦੀ ਰਹੀ ਹਾਂ, ਔਰ ਪਰਮੇਸ਼ਵਰ ਦੇ ਵਿੱਚ ਮੈਂ ਜੁੜੀ ਰਹੀ ਹਾਂ। ਕਿਉਂ ਜੁੜੀ ਰਹੀ ਹਾਂ? ਕਿਉਂਕਿ ਅਸੀਂ ਹਰ ਟਾਈਮ ਪਰਮੇਸ਼ਵਰ ਦੇ ਨਾਲ ਨਮਰਤਾ 'ਚ ਬਣੇ ਰਹਿਣਾ ਹੈ। ਅਸੀਂ ਇਹ ਨਹੀਂ ਕਹਿਣਾ ਕਿ ਤੂੰ ਮੈਨੂੰ ਦੁੱਖ ਕਿਉਂ ਦਿੱਤਾ, ਤਕਲੀਫ ਕਿਉਂ ਦਿੱਤੀ, ਕੀ ਪਤਾ ਮੈਨੂੰ ਸ਼ੈਤਾਨ ਮਾਰਨ ਨਹੀਂ ਆਇਆ ਹੋਵੇ। ਜਿੰਨੀ ਜ਼ੋਰ ਦੀ ਮੇਰਾ ਦੀਵਾਰ ਦੇ ਨਾਲ ਸਿਰ ਵੱਜਿਆ ਸੀ, ਮੈਨੂੰ ਉਹ ਗੱਲ ਜਦੋਂ ਵੀ ਯਾਦ ਆਉਂਦੀ ਹੈ ਤੇ ਮੇਰਾ ਸੱਚੀ ਮੁੱਚੀ ਮੇਰਾ ਅੰਦਰੋਂ ਦਿਲ ਜਿਹੜਾ ਦਹਿਕ ਜਾਂਦਾ ਹੈ। ਉਹ
ਮੈਂ ਜਦੋਂ ਗਿਰੀ ਸਾਂ ਤੇ ਮੈਂ ਰੋਣ ਲੱਗ ਗਈ ਤੇ ਪਾਰਥ ਕਹਿੰਦਾ ਮੰਮੀ ਰੋ ਕਿਉਂ ਰਹੀ ਏ? ਮੈਂ ਕਿਹਾ ਮੈਨੂੰ ਯਾਦ ਆ ਰਿਹਾ ਕਿ ਮੇਰਾ ਸਿਰ ਕਿੰਨੀ ਜ਼ੋਰ ਦੀ ਵੱਜਿਆ। ਕਹਿੰਦਾ ਤੁਹਾਡਾ ਸਿਰ ਦਰਦ ਹੋ ਰਿਹਾ? ਮੈਂ ਕਿਹਾ ਨਾ, ਵੀ ਸਿਰ ਦਰਦ ਨਹੀਂ ਸੀ ਹੋ ਰਿਹਾ, ਵੱਜਿਆ ਇੰਨੀ ਜ਼ੋਰ ਦੀ, ਪਰ ਪਰਮੇਸ਼ਵਰ ਨੇ ਇੰਜ ਲੱਗਿਆ ਜਿਵੇਂ ਹੱਥ ਰੱਖ ਲਿਆ ਵੀ ਮੇਰੇ ਸਿਰ ਦੇ ਥੱਲੇ, ਤੇ ਮੇਰੇ ਸਿਰ ਨੂੰ ਬਿਲਕੁਲ ਵੀ ਮਹਿਸੂਸ ਨਹੀਂ ਹੋਇਆ ਕਿ ਮੈਨੂੰ ਚੋਟ ਲੱਗੀ ਏ। ਤੇ ਅਸੀਂ ਪਰਮੇਸ਼ਵਰ ਦਾ ਸਾਨੂੰ ਧੰਨਵਾਦ ਕਰਨਾ ਚਾਹੀਦਾ ਹੈ। ਉਹ ਆਪਣੇ ਹੱਥ ਦੇ ਨਾਲ ਸਾਨੂੰ ਬਚਾਉਂਦਾ ਹੈ। ਇਹ ਥੋੜੀ ਹੈ ਕਿ ਹੁਣ ਮੇਰੀ ਬਾਜੂ ਕ੍ਰੈਕ ਹੋ ਗਈ ਤੇ ਮੈਂ ਕਹਿਣ ਲੱਗ ਜਾਂਦੀ ਹਾਏ ਮੈਨੂੰ ਕੀ ਹੋ ਗਿਆ, ਜਾਂ ਹੋ ਗਿਆ ਜਾਂ ਹੋ ਗਿਆ। ਨਹੀਂ, ਅਸੀਂ ਬੜੇ ਨਮਰਤਾ ਦੇ ਨਾਲ ਪਰਮੇਸ਼ਵਰ ਦਾ ਧੰਨਵਾਦ ਕਰਨਾ ਹੈ ਕਿ ਹਾਂ ਪਰਮੇਸ਼ਵਰ, ਤੂੰ ਮੈਨੂੰ ਵੱਡੇ ਘਾਟੇ ਤੋਂ ਬਚਾਇਆ। ਮੇਰੇ ਸਿਰ ਦੇ ਵਿੱਚ ਜਿੰਨੀ ਜ਼ੋਰ ਦੀ ਚੋਟ ਲੱਗੀ ਸੀ, ਮੈਨੂੰ ਕੁਝ ਵੀ ਹੋ ਸਕਦਾ ਸੀ, ਪਰ ਪਰਮੇਸ਼ਵਰ ਨੇ ਬਚਾਇਆ। ਤੇ ਸਾਨੂੰ ਹਮੇਸ਼ਾ ਨਮਰਤਾ ਦੇ ਨਾਲ, ਕੱਲਾ ਪਰਮੇਸ਼ਵਰ ਦੇ ਨਾਲ ਹੀ ਨਹੀਂ, ਸਾਨੂੰ ਆਪਣੇ ਸਾਹਮਣੇ ਵਾਲਿਆਂ ਦੇ ਨਾਲ ਵੀ ਹਮੇਸ਼ਾ ਨਮਰਤਾ ਦੇ ਨਾਲ ਗੱਲ ਕਰਨੀ ਚਾਹੀਦੀ ਹੈ, ਕਿਉਂਕਿ ਉਹਨਾਂ ਦੇ ਵਿੱਚ ਵੀ ਪਰਮੇਸ਼ਵਰ ਦੀ ਜੋਤੀ ਹੈ। ਹਾਲੇਲੂਇਆ। ਤੇ ਅੱਜ ਸੱਚੀ ਮੁੱਚੀ ਜੋ ਵੀ ਵਚਨ ਪਰਮੇਸ਼ਵਰ ਨੇ ਦਿੱਤਾ, ਉਹਦੇ ਵਿੱਚ ਪਰਮੇਸ਼ਵਰ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਪਰਮੇਸ਼ਵਰ ਸਾਨੂੰ ਹਰ ਰੋਜ਼ ਜੀਣਾ ਸਿਖਾ ਰਿਹਾ ਪਰਮੇਸ਼ਵਰ। ਤੇ ਮੈਂ ਧੰਨਵਾਦ ਕਰਨੀ ਆ, ਸ਼ੁਕਰ ਕਰਨੀ ਆ, ਔਰ ਪਰਮੇਸ਼ਵਰ ਦੇ ਅੱਗੇ ਵੀ ਪ੍ਰਾਰਥਨਾ ਕਰਨੀ ਆ ਕਿ हे ਪਿਤਾ ਪਰਮੇਸ਼ਵਰ, ਸੱਚਮੁੱਚ ਮੇਰੇ ਪਿਤਾ ਪਰਮੇਸ਼ਵਰ, ਅਸੀਂ ਤੇਰਾ ਕਹਿਣਾ ਮੰਨੀਏ ਤੇ ਸੱਚੀ ਮੁੱਚੀ ਫਿਰ ਸਾਡਾ ਘਰ ਉਵੇਂ ਹੀ ਬਣੇ ਜਿਵੇਂ ਚਟਾਨ ਤੇ ਬਣਦਾ ਹੈ। ਅਸੀਂ ਹਮੇਸ਼ਾ ਤੇਰੇ ਵਿੱਚ ਦ੍ਰਿੜ ਰਹੀਏ। ਹਾਂ ਮੇਰੇ ਪਿਤਾ ਪਰਮੇਸ਼ਵਰ, ਇਹ ਤੇਰਾ ਮੰਦਰ ਹੈ। ਜ਼ਿੰਦਾ ਖੁਦਾ ਮੇਰੇ ਪਿਤਾ ਪਰਮੇਸ਼ਵਰ, ਤੂੰ ਹਮੇਸ਼ਾ ਇਹਦੇ ਵਿੱਚ ਰਹਿਣਾ ਮੇਰੇ ਪਿਤਾ ਪਰਮੇਸ਼ਵਰ। ਇਹ ਤੇਰਾ ਮੰਦਰ ਹੈ, ਇਹ ਡੋਲੇ ਨਾ ਮੇਰੇ ਪਿਤਾ ਪਰਮੇਸ਼ਵਰ। ਔਰ ਹਰ ਪਲ ਅਸੀਂ ਦੀਨ ਔਰ ਨਮਰ ਰਹੀਏ ਤੇਰੇ ਅੱਗੇ ਮੇਰੇ ਪਿਤਾ ਪਰਮੇਸ਼ਵਰ, ਔਰ ਹਰ ਗੱਲ ਦੇ ਵਿੱਚ ਅਸੀਂ ਤੇਰਾ ਧੰਨਵਾਦ ਕਰੀਏ। ਔਰ ਮੇਰੇ ਪਿਤਾ ਪਰਮੇਸ਼ਵਰ, ਜੋ ਵੀ ਇਹ ਭੈਣ ਭਰਾ ਇਸ ਵਚਨ ਨੂੰ ਸੁਣ ਮੇਰੇ ਮਹਾਨ ਪਿਤਾ ਪਰਮੇਸ਼ਵਰ, ਮੇਰੇ ਪਿਤਾ ਪਰਮੇਸ਼ਵਰ, ਉਹ ਵੀ ਤੇਰਾ ਹਮੇਸ਼ਾ ਧੰਨਵਾਦ ਕਰਨ, ਔਰ ਮੇਰੇ ਪਿਤਾ ਪਰਮੇਸ਼ਵਰ ਤੇਰੇ ਵਿੱਚ ਬਣੇ ਰਹਿਣ। ਉਹ ਇੱਧਰ ਉੱਧਰ ਨਾ ਦੇਖਣ ਮੇਰੇ ਮਹਾਨ ਪਿਤਾ ਪਰਮੇਸ਼ਵਰ। ਜ਼ਿੰਦਾ ਖੁਦਾ ਮੇਰੇ ਪਿਤਾ ਪਰਮੇਸ਼ਵਰ, ਤਾਂ ਕਿ ਜਦੋਂ ਮੇਰੇ ਪਿਤਾ ਪਰਮੇਸ਼ਵਰ ਤੂੰ ਫਿਰ ਆਏ ਮੇਰੇ ਪਿਤਾ ਪਰਮੇਸ਼ਵਰ, ਤੇ ਅਸੀਂ ਤੇਰੇ ਵਿੱਚ ਦ੍ਰਿੜ ਰਹਿ ਸਕੀਏ ਮੇਰੇ ਪਿਤਾ ਪਰਮੇਸ਼ਵਰ। ਫਿਰ ਅਸੀਂ ਤੇਰੀ ਦੁਲਹਨ ਬਣ ਸਕੀਏ ਮੇਰੇ ਮਹਾਨ ਪਿਤਾ ਪਰਮੇਸ਼ਵਰ। हे ਜ਼ਿੰਦਾ ਖੁਦਾ, ਇਹ ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਦੇ ਸਮਰਥੀ ਨਾਮ ਦੇ ਵਿੱਚ ਕਰਨੇ ਆ। ਸੁਣੋ ਔਰ ਗ੍ਰਹਿਣ ਕਰੋ। ਆਮੀਨ, ਆਮੀਨ, ਆਮੀਨ।